ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਇਤਿਹਾਸ ਦਾ ਇੱਕ ਦਿਨ ਹੈ, ਇਤਿਹਾਸ ਦਾ ਇੱਕ ਵਰਕਾ ਹੈ, ਪਰ ਜਿਸ ਨੂੰ ਅਸੀਂ ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਕੁਰਬਾਨੀਆਂ ਦੇ ਕੇ ਬਹੁਤ ਕੁਰਬਾਨੀਆਂ ਹੋਈਆਂ, ਆਪਣੀ ਹੋਂਦ ਬਚਾਉਣ ਲਈ ਬਹੁਤ ਕੁਝ ਹੋਇਆ, ਪਰ ਉਸ ਦਿਨ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਹ ਹੈ ਪੰਜਾਬੀ ਸੂਬਾ ਦਿਵਸ, ਜਿਹੜਾ ਪੰਜਾਬ ਡੇ ਕਰਕੇ ਹਮੇਸ਼ਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਸੀ। ਔਰ ਉਸ ਮੌਕੇ ਦੇ ਉੱਤੇ ਕਈ ਇਨਾਮ ਵੀ ਦਿੱਤੇ ਜਾਂਦੇ ਸਨ ਪੱਤਰਕਾਰਾਂ ਨੂੰ ਜਾਂ ਹੋਰ ਲਿਖਾਰੀਆਂ ਨੂੰ, ਪਰ ਇਸ ਦੇ ਨਾਲ ਹੀ ਮਾਂ ਬੋਲੀ ਦਿਵਸ ਦੇ ਰੂਪ ਵਿੱਚ ਵੀ ਇਸ ਮੌਕੇ ਨੂੰ ਇਸਤੇਮਾਲ ਕੀਤਾ ਜਾਂਦਾ ਸੀ। ਪਰ ਉਸ ਤੋਂ ਵੱਡੀ ਗੱਲ, ਇਸ ਦਿਨ ਨੂੰ ਯਾਦ ਕਰਨ ਦਾ ਮਕਸਦ 1947 ਤੋਂ ਬਾਅਦ ਜਿਹੜੀ ਜਦੋਜਹਿਦ ਹੋਈ, ਦਰਅਸਲ ਇਤਿਹਾਸ ਦੀਆਂ ਘਟਨਾਵਾਂ ਕੋਈ ਵੱਖਰੀਆਂ ਜਾਂ ਉਪਰਲੀਆਂ ਜਾਂ ਵੱਖ-ਵੱਖ ਸੈਗਮੈਂਟਸ ਨਹੀਂ ਹੁੰਦੇ। ਇਹ ਇੱਕ ਲੜੀ ਹੁੰਦੀ ਹੈ, ਇੱਕ ਪੂਰਾ ਸਿਲਸਿਲਾ ਤੁਰਦਾ ਹੈ। ਔਰ 1947 ਤੋਂ ਬਾਅਦ ਜਿਸ ਤਰੀਕੇ ਦੀ ਨਿੰਮੋ ਚੂਣੀ ਹਾਲਤ ਦੇ ਵਿੱਚੋਂ ਉਸ ਵੇਲੇ ਦੇ ਕੌਮੀ ਲੀਡਰਾਂ ਨੇ ਕੌਮ ਨੂੰ ਕੱਢਿਆ, ਔਰ ਇਸ ਦੇ ਨਾਲ ਹੀ ਇਹ ਵੀ ਇੱਕ ਤੱਥ ਹੈ ਕਿ ਉਸ ਦੌਰ ਦੇ ਵਿੱਚ ਆਪਣੇ ਹੀ ਬੰਦਿਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਕੀਤਾ, ਇਹ ਦੋਨਾਂ ਦਾ ਮਿਲਗੋਬਾ ਹੈ। ਇਤਿਹਾਸ ਨੂੰ ਯਾਦ ਰੱਖਣਾ, ਤਾਂ ਹੀ ਉਹ ਕਰਕੇ ਜੌਨ ਡਾਸਨ ਨੇ ਕਿਹਾ ਹੈ, ਜੇ ਤੂੰ ਆਪਣੇ ਭਵਿੱਖ ਨੂੰ ਕਾਬੂ 'ਚ ਰੱਖਣਾ ਚਾਹੁੰਦਾ ਹੈ ਤਾਂ ਆਪਣੇ ਮਾਜ਼ੀ ਨੂੰ, ਆਪਣੇ ਪਾਸਟ ਨੂੰ, ਆਪਣੇ ਭੂਤਕਾਲ ਨੂੰ ਕਾਬੂ ਕਰ। ਇਤਿਹਾਸ ਪ੍ਰੇਰਨਾ ਦਿੰਦਾ ਹੈ। ਔਰ 1947 ਤੋਂ ਲੈ ਕੇ 1966 ਦਾ ਇਤਿਹਾਸ ਬਹੁਤ ਹੀ ਦਰਦਨਾਕ, ਅਫਸੋਸਨਾਕ, ਅਕਿਰਤਕਣਤਾ, ਇਸ ਦੇ ਨਾਲ ਹੀ ਬੇਇਨਸਾਫੀਆਂ, ਧੱਕੇ, ਸਾਰੀਆਂ ਚਾਲਾਂ ਕੁਚਾਲਾਂ ਦਾ ਇਤਿਹਾਸ ਹੈ। ਪਰ ਸ਼ਾਇਦ ਸਾਨੂੰ ਹੁਣ ਲੋੜ ਨਹੀਂ ਸਾਡੀ ਨੀਂਦ ਨਾ ਖਰਾਬ ਹੋ ਜਾਏ ਔਰ ਉਸ ਵਰਕੇ ਨੂੰ, ਉਸ ਬਾਬ ਨੂੰ, ਉਸ ਅਧਿਆਇ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਗਿਆ। ਸਾਡੀ ਕੋਸ਼ਿਸ਼ ਹੋਏਗੀ ਇੱਕ ਵਿਸ਼ੇਸ਼ ਪੱਤਰਕਾਰ ਪੰਜਾਬ ਤੋਂ ਅਗਰ ਸਾਡੇ ਨਾਲ ਇਸ ਬਾਰੇ ਗੱਲ ਕਰ ਸਕਣ ਕਿ ਕਿਉਂ ਔਰ ਕਿਸ ਤਰੀਕੇ ਨਾਲ ਇਹ ਕੀਤਾ ਗਿਆ, ਉਸ ਦੇ ਬਾਰੇ ਸਾਡੀ ਕੋਸ਼ਿਸ਼ ਉਹਨਾਂ ਨਾਲ ਗੱਲਬਾਤ ਕਰਨ ਦੀ ਹੋਏਗੀ। ਪਰ ਉਸ ਤੋਂ ਪਹਿਲਾਂ ਸਿਰਫ ਦੋ ਸੁਰਖੀਆਂ ਹਨ, ਬਹੁਤ ਛੋਟੀਆਂ-ਛੋਟੀਆਂ ਖਬਰਾਂ ਦੇ ਵਿੱਚ ਆਇਆ। ਐਮੀਰੇਟ ਜਿਹੜੀ 에ਅਰਲਾਈਨਸ ਹੈ, ਉਸ 에ਅਰਲਾਈਨ ਨੇ ਇੱਕ ਸਿੱਖ ਪਾਇਲਟ ਨੂੰ ਸਿਰਫ ਇਸ ਕਰਕੇ ਨੌਕਰੀ ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਨੇ ਦਸਤਾਰ ਸਜਾਈ ਹੋਈ ਹੈ। ਐਮੀਰੇਟ ਦੇ ਨਾਲ ਭਾਰਤ ਦਾ ਸਮਝੌਤਾ ਹੋ ਰਿਹਾ ਹੈ। ਭਾਰਤ ਦੇ ਉਹਦੇ ਵਿੱਚ ਇਨਵੈਸਟਮੈਂਟਸ ਔਰ ਸਾਰਾ ਕੁਝ ਹੋਏਗਾ, ਪੂੰਜੀ ਨਿਵੇਸ਼ ਵੀ ਹੋਏਗਾ, ਔਰ ਭਾਰਤ ਸਰਕਾਰ ਉਸ ਦੇ ਵਿੱਚ ਪੂਰੀ ਤਰ੍ਹਾਂ ਆਪਣਾ ਸਹਿਯੋਗ ਦੇ ਰਹੀ ਹੈ। ਔਰ ਜਿਸ ਕਲਚਰ 'ਚੋਂ, ਜਿਸ ਖਿੱਤੇ 'ਚੋਂ ਐਮੀਰੇਟ ਹੈ, ਉਹਨਾਂ ਨੂੰ ਪਤਾ ਹੈ ਕਿ ਦਸਤਾਰ ਦੀ ਕੀ ਮਹੱਤਤਾ ਹੈ। ਦਸਤਾਰ ਕਿੱਥੋਂ ਸ਼ੁਰੂ ਹੋਈ? ਟਰਬੈਂਟੇ ਜਾਂ ਦੁਲਬੰਦ, ਜਿਸ ਨੂੰ ਅਰਬੀ ਦੇ ਵਿੱਚ ਕਿਹਾ ਗਿਆ। ਪਰ ਉਹਨਾਂ ਵੱਲੋਂ ਹੀ ਇਸ ਚੀਜ਼ ਨੂੰ ਇਸ ਬਹਾਨੇ ਥੱਲੇ, ਇਸ ਆੜ ਥੱਲੇ ਇਹ ਕਹਿ ਦੇਣਾ ਕਿ ਜੇਕਰ ਕਿਸੇ ਸਿੱਖ ਨੇ ਦਸਤਾਰ ਪਾਈ ਹੋਈ ਹੈ ਤਾਂ ਉਸ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ। ਇਸ ਦੇ ਉੱਤੇ ਆਸ ਕੀਤੀ ਜਾਂਦੀ ਹੈ ਕਿ ਭਾਰਤ ਸਰਕਾਰ ਨੂੰ ਜਾਂ ਸਾਡੀਆਂ ਜਿਹੜੀਆਂ ਕੌਮੀ ਸੰਸਥਾਵਾਂ ਹਨ ਜਾਂ ਭਾਰਤ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਇਸ ਦੇ ਉੱਤੇ ਜ਼ਰੂਰ ਕਾਰਵਾਈ ਕਰਨ ਔਰ ਇਸ ਮਸਲੇ ਨੂੰ ਨਜਿੱਠਣ
क्योंकि ये शुरुआत हो सकती है। इस वेले शायद दुनिया की हर एयरलाइन दे विच बगैर किसी वितकरे दे, बगैर किसी दिक्कत दे सिख काम कर रहे हैं, भावें वो कैबिन स्टाफ होए या पायलट होण या होर किसी रूप विच भी इंजीनियर्स होण, वो सारे ही कारजरत हैं। एक पासे सारी दुनिया दे विच हर पासे फौज दे विच भी दूजियां थावां ते दस्तार नूं मानता दित्ती जा रही है और यूरोपीयन यूनीयन ने भी नोटिफिकेशन दे राहीं ये कहा है कि एयरपोर्ट के उत्ते भी दस्तार दे नाल कोई छेड़छाड़ नहीं की जा सकती। पर दूसरे पासे हर दिन कोई ना कोई नवा रेड़का खड़ा करन देण दी कोशिश की जाती है कि ऐसा तो नहीं कि कौमी ताकत नूं, कौमी शक्ति नूं इन्हां चीज़ां वल उलझा देण दी एक पैंतड़ा भी हो सकता है। पर इस दे विच जो कि एयरलाइन ने एमिरेट दा भावें इंटरनेशनल एयर ट्रैफिक एजेंसीज़ दा पूरा कंट्रोल है, पर उस दे नाल ही भारत सरकार, क्योंकि भारत दे विच इन्हां ने ऑपरेशनस करनी है मुख्य तौर दे उत्ते, सो उम्मीद की जाती है कि इस मसले नूं छेती तो छेती नजिठिया जाएगा। हालां उस पायलट का अजे उन्होंने नाम नहीं दस्सिया, पर उम्मीद है कि इस मसले दे उत्ते कुछ ना कुछ कार्रवाई छेती होएगी। दूसरी एक बहुत छोटी जी सुर्खी है, संसार दे विच जिथे भी किधरे भी बाशऊर देश हैं जिन्हों सेहत दे नाल तल्लक है, वो तंबाकू दे उत्ते, तंबाकू नोशी दे उत्ते हमेशा पाबंदी लगाते हैं। भावें किसी रूप विच लाण, भावें पूर्ण तौर दे उत्ते पाबंदी लगाण या रेगूलेट करन, रिस्ट्रिक्टेड करन। न्यूयॉर्क शायद पहली स्टेट होएगी, न्यूयॉर्क सिटी काउंसल दे विच न्यूयॉर्क दे सिटी काउंसल ने पास किया है कि स्मोकिंग दी, तंबाकू नोशी दी जिहड़ी उम्र है वो वधा के 21 साल कर दी गई है। यानी 21 साल तो घट दे किसी भी व्यक्ति नूं सिगरेट या तंबाकू वेचण दी, उस दे पीण दे उत्ते मनाही होएगी। ये एक बहुत ही वड्डा कदम कहा जा सकता है कि कई दफ़ा ये कहा जाता है कि हर बंदे दी अपनी सोच है, अपनी आज़ादी है, पर अगर अमरीका वर्गे किसी मुल्क दे विच भी अगर इस तरह की पाबंदी लगाई जाती है, ये दूजियां लई भी एक पैगाम हो सकता है, एक सुनेहा बन के उभर सकता है। दूसरे पासे हुण असी अगर अपने मुख मुद्दे की गल करिए, हालां साडी कोशिश होएगी अपने मेहमान दे नाल गल करांगे, तो उस दे विच जिहड़ी बहुत ही महत्वपूर्ण इस दा पक्ष है वो ये है कि 1 नवंबर नूं कई स्टेटां दा जन्म होया, कई सूबे भारत दे विच जदों वंड होई, क्योंकि आज़ादी तो पहले कांग्रेस का ये ऐलान सी, ऐलानिया तौर दे उत्ते उन्हां दा अहद सी कि भारत नूं भाषावां दे आधार दे उत्ते वंडिया जाएगा। सूबे हर सूबे नूं जिहड़े सूबे हन उन्हां नूं बोली दे आधार दे उत्ते वंडिया जाएगा। पर जदों कई सूबे इन्हां ने वंड भी दिते, कई सूबे इन्हां दे उत्ते लागू भी कर दिता गया, पर जदों गल पंजाब दी आई तां उस वेले भारत सरकार ने इस मंग नूं पूरी तरह रद्द कर दिता और कहा कि इस दे उत्ते कोई विचार ही नहीं की जा सकती है। सरकार ने कमीशन बनाया और कमीशन ने तो इत्थों तक कह दिता कि पंजाबी बोली ही नहीं है, पंजाबी तो एक ज़बान ही नहीं है, ये तो हिंदी का ही एक डायलैक्ट है। इन्ना वड्डा धक्का, सीधा चैलेंज पूरी हर उस व्यक्ति नूं जिसने पंजाबी दे नाल जिसका लगाव सी। और अफसोस
ਇਸ ਗੱਲ ਨੂੰ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਰੱਦ ਕੀਤਾ ਗਿਆ, ਉਸ ਦੇ ਜੋ ਕਾਰਨ ਦੱਸੇ ਗਏ, ਉਹਨਾਂ ਨਾਲ ਇਸ ਸਾਰੇ ਮਸਲੇ ਨੂੰ ਪੂਰੇ ਤੌਰ ਦੇ ਉੱਤੇ ਫਿਰਕੂ ਰੰਗਤ ਦੇ ਦਿੱਤੀ ਗਈ। ਇਸ ਮਸਲੇ ਦੇ ਉੱਤੇ ਜੇਕਰ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬੀ ਸੂਬੇ ਦੀ ਮੰਗ ਜਿਹੜੀ ਉੱਠੀ ਸੀ, ਜਿਹੜੀ ਸ਼ੁਰੂ ਹੋਈ, ਉਸ ਦੇ ਬਾਰੇ ਭਾਰਤ ਸਰਕਾਰ ਵੱਲੋਂ ਜੋ ਕੁਝ ਕਿਹਾ ਗਿਆ ਉਹ ਬਹੁਤ ਹੀ ਅਫਸੋਸਨਾਕ ਸੀ। ਇਤਿਹਾਸ ਦੇ ਵਰਕੇ ਫਰੋਲਣੇ ਬਹੁਤ ਅਹਿਮ ਹੁੰਦੇ ਹਨ, ਕਿਉਂਕਿ ਸਾਨੂੰ ਆਪਣੇ ਵਿਰਸੇ ਤੋਂ, ਵਿਰਾਸਤ ਤੋਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਨਾ ਹੈ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ। ਪੰਜਾਬੀ ਸੂਬੇ ਨੂੰ, ਪੰਜਾਬੀ ਬੋਲੀ ਦੇ ਆਧਾਰ ਦੇ ਉੱਤੇ ਜਿਹੜੀ ਪੰਜਾਬੀ ਸੂਬੇ ਦੀ ਮੰਗ ਨੂੰ ਰੱਦ ਕਰਨ ਲਈ ਪੰਡਿਤ ਜਵਾਹਰ ਲਾਲ ਨਹਿਰੂ ਔਰ ਭਾਰਤ ਸਰਕਾਰ ਨੇ ਜੋ ਦਲੀਲਾਂ ਦਿੱਤੀਆਂ, ਉਹਨਾਂ ਬਾਰੇ ਕੁਝ ਕਹਿਣਾ ਸ਼ਾਇਦ ਅਜੀਬ ਹੋਏਗਾ। ਉਹਨਾਂ ਦਾ ਕਹਿਣਾ ਸੀ ਕਿ ਅਗਰ ਇਹ ਮੰਗ ਮੰਨ ਲਈ ਗਈ ਤਾਂ ਫਿਰ ਪੰਜਾਬ ਦੇ ਵਿੱਚ ਹਿੰਦੂ ਘੱਟ ਗਿਣਤੀ ਵਿੱਚ ਹੋ ਜਾਣਗੇ। ਯਾਨੀ ਇਸ ਦਾ ਮਤਲਬ ਅਗਰ ਜੇ ਦੂਸਰੇ ਪਾਸੇ ਲਿਆ ਜਾਏ ਤਾਂ ਫਿਰ ਕੀ ਦੂਸਰੀਆਂ ਘੱਟ ਗਿਣਤੀਆਂ ਨੂੰ ਹਮੇਸ਼ਾ ਘੱਟ ਗਿਣਤੀ ਹੀ ਬਣ ਕੇ ਰਹਿਣਾ ਪਏਗਾ। ਇਹਨੂੰ ਬਿਲਕੁਲ ਫਿਰਕੂ ਰੰਗਤ ਦੇ ਦਿੱਤੀ ਗਈ ਔਰ ਨਾਲ ਹੀ ਇੱਕ ਦੂਸਰੀ ਜਿਹੜੀ ਦਲੀਲ ਦਿੱਤੀ ਗਈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਬਾਰਡਰ ਸਟੇਟ ਹੈ, ਇੱਥੇ ਸਿੱਖ ਮੈਜੋਰਿਟੀ ਹੋਣ ਦੇ ਨਾਲ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਏਗਾ। ਤੀਸਰੀ ਜਿਹੜੀ ਗੱਲ ਪੰਡਿਤ ਜੀ ਨੇ ਕਹੀ ਕਿ ਮੈਂ ਦੇਸ਼ ਦੇ ਵਿੱਚ ਖਾਨਾ ਜੰਗੀ ਤੇ ਪ੍ਰਵਾਨ ਕਰ ਸਕਦਾ ਹਾਂ, ਪਰ ਮੈਂ ਪੰਜਾਬੀ ਸੂਬਾ ਨਹੀਂ ਦਿਆਂਗਾ, ਬਿਲਕੁਲ ਨਹੀਂ ਮੰਨਾਂਗਾ। ਔਰ ਇਸ ਦੇ ਨਾਲ ਹੀ ਲਪੇਟਵੀਂ ਇੱਕ ਰਾਏ ਜਾਂ ਧਮਕੀ ਵੀ ਦਿੱਤੀ ਗਈ ਕਿ ਜੇਕਰ ਇਸ ਮੰਗ ਦੇ ਉੱਤੇ ਅਗਰ ਜ਼ੋਰ ਪਾਇਆ ਗਿਆ ਤਾਂ ਦੂਸਰੇ ਪ੍ਰਾਂਤਾਂ ਦੇ ਵਿੱਚ ਵਸ ਰਹੇ ਸਿੱਖਾਂ ਨੂੰ ਦਿੱਕਤ ਪੇਸ਼ ਆਏਗੀ। ਯਾਨੀ ਕਿ ਸਰਕਾਰ ਵੱਲੋਂ ਪੂਰੀ ਤਰ੍ਹਾਂ ਇਸ ਮੰਗ ਨੂੰ ਸਿੱਖ ਧਰਮ ਦੀ ਮੰਗ ਦੇ ਨਾਲ, ਕੌਮੀ ਮੰਗ ਦੇ ਨਾਲ ਜੋੜ ਕੇ ਰੱਖ ਦਿੱਤਾ ਗਿਆ। ਔਰ ਫਿਰ ਨਾਲ ਇਹ ਵੀ ਕਿਹਾ ਕਿ ਸਰਦਾਰ ਪਟੇਲ ਵੱਲੋਂ ਕਿ ਇਹ ਹੁਣ ਸਿੱਖਾਂ ਨੇ ਫੈਸਲਾ ਕਰਨਾ ਕਿ ਉਹ ਆਪਣੀ ਵੱਖਰੀ ਹੋਂਦ ਨੂੰ ਖਤਮ ਕਰਕੇ ਰਹਿਣਾ ਚਾਹੁੰਦੇ ਹੈ ਜਾਂ ਕਿਸ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਹੈ। ਬਹੁਤ ਕੁਝ ਇਤਿਹਾਸ ਦੇ ਵਰਕੇ ਹੈ ਔਰ ਸਾਡੀ ਇਸ ਦੇ ਵਿੱਚ ਸਿਰਫ ਇਸ਼ਾਰਤਨ ਕੁਝ ਕੁ ਚੀਜ਼ਾਂ, ਨੁਕਤੇ ਦੱਸਣ ਦਾ ਮਕਸਦ ਇਹ ਹੈ ਕਿ ਜ਼ਰੂਰੀ ਹੈ ਅਸੀਂ ਉਹਨਾਂ ਚੀਜ਼ਾਂ ਤੋਂ, ਉਹਨਾਂ ਨੁਕਤਿਆਂ ਤੋਂ, ਉਹਨਾਂ ਇਤਿਹਾਸ ਦੇ ਵਰਕਿਆਂ ਤੋਂ ਜਾਣੂ ਹੋਈਏ ਜਿਹੜੇ ਸਾਡੇ ਆਉਣ ਵਾਲੇ ਭਵਿੱਖ ਲਈ ਸਹਾਈ ਹੋ ਸਕਦੇ ਹਨ ਉਸ ਮਸਲੇ ਨੂੰ। ਕਿਉਂਕਿ ਇਹ ਜੋ ਕੁਝ 1947 ਵਿੱਚ ਹੋਇਆ, ਉਸ ਤੋਂ ਬਾਅਦ ਹੋਇਆ, ਉਸੇ ਦਾ ਹੀ ਸ਼ਾਇਦ ਵਿਕਰਾਲ ਰੂਪ ਜਾਂ ਵਿਰਾਟ ਰੂਪ, ਜਿਸ ਨੂੰ ਅਸੀਂ ਬਾਅਦ ਵਿੱਚ ਕੱਲੂਕਾਰਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਔਰ ਜੋ 1984 ਦੇ ਵਿੱਚ ਕਤਲੇਆਮ ਹੋਇਆ, ਸ਼ਾਇਦ ਉਸ ਦਾ ਬੰਨ੍ਹਣੂ ਉਸ ਸੋਚ ਦੇ ਵਿੱਚ ਨਿਹਿਤ ਸੀ, ਬੰਨਿਆ ਹੋਇਆ ਸੀ, ਜਿਹਦੇ ਰਾਹੀਂ ਸਿੱਖਾਂ ਨੂੰ ਸਿੱਧੇ ਤੌਰ ਦੇ ਉੱਤੇ ਇਹ ਚੈਲੰਜ ਕੀਤੇ ਗਏ। ਅੱਜ ਇਸ ਮਸਲੇ ਦੇ ਉੱਤੇ ਕਿ ਜਿਹੜਾ ਮੰਗ ਮੰਨੀ ਗਈ, ਕਿਸ ਤਰ੍ਹਾਂ ਮੰਨੀ ਗਈ, ਕੋਈ ਜਦੋਂ ਸਰਕਾਰ ਨੇ, ਪੰਡਿਤ ਜੀ ਨੇ ਇੰਨੀ ਸਖਤ ਲਫ਼ਜ਼ਾਂ ਦੇ ਵਿੱਚ ਆਪਣੇ ਆਪ ਨੂੰ ਜ਼ਾਹਿਰ ਕਰ ਦਿੱਤਾ ਕਿ ਕਿਸੇ ਕੀਮਤ ਦੇ ਉੱਤੇ ਪੰਜਾਬੀ ਸੂਬਾ ਨਹੀਂ ਦਿੱਤਾ ਜਾਏਗਾ, ਫਿਰ ਸਰਕਾਰ ਨੇ ਕਿਉਂ ਮੰਨੀ? ਹਜ਼ਾਰਾਂ ਜੇਲ੍ਹਾਂ 'ਚ ਗਏ, ਸੈਂਕੜੇ ਸ਼ਹੀਦ ਹੋਏ, ਲੋਕਾਂ ਦੀਆਂ ਕੁੜਕੀ ਜ਼ਬਤੀ ਹੋਈਆਂ, ਬਹੁਤ ਕੁਝ ਨੁਕਸਾਨ ਹੋਇਆ, ਪਰ ਉਹ ਕੁਰਬਾਨੀਆਂ ਦੇ ਕੇ ਜਿਹਦੀ ਵਜ੍ਹਾ ਕਰਕੇ ਪੰਜਾਬ, ਮੌਜੂਦਾ ਪੰਜਾਬ ਹੋਂਦ ਵਿੱਚ ਆਇਆ ਔਰ ਜਿਸ ਮੰਗ ਦੀ ਵਜ੍ਹਾ ਕਰਕੇ
ਮੌਜੂਦਾ ਸਰਕਾਰ ਵੀ ਹੋਂਦ ਵਿੱਚ ਆਈ, ਕਿਉਂਕਿ ਜਿਸ ਗੱਲ ਨੂੰ ਉਹ ਕਹਿ ਰਹੇ ਸੀ ਕਿ ਉਹ ਸਿੱਖ ਬਹੁਸੰਮਤੀ ਬਹੁਗਿਣਤੀ ਸੂਬਾ ਬਣ ਜਾਏਗਾ, ਜਿਹਦੇ ਕਰਕੇ ਮੌਜੂਦਾ ਸਰਕਾਰ ਵੀ ਆਈ। ਪਰ ਉਹਨਾਂ ਵੱਲੋਂ ਉਹਨਾਂ ਸ਼ਹੀਦਾਂ ਨੂੰ ਔਰ ਉਸ ਦਿਵਸ ਨੂੰ ਬਿਲਕੁਲ ਵਿਸਾਰ ਦੇਣਾ, ਭੁਲਾ ਦੇਣਾ, ਤੁਹਾਡੀ ਨਜ਼ਰ ਵਿੱਚ ਸਵਾਲ ਬੜਾ ਛੋਟਾ ਜਿਹਾ ਹੈ ਕਿ ਉਸ ਦਿਨ ਨੂੰ ਯਾਦ ਕਰਨਾ ਚਾਹੀਦਾ, ਔਰ ਜੇ ਕਰਨਾ ਚਾਹੀਦਾ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ, ਇਹ ਕਿਸ ਦਾ ਫਰਜ਼ ਹੈ। ਅਸੀਂ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਾਈਨ 'ਤੇ ਤੁਸੀਂ ਬਣੇ ਰਹੋ ਸਾਡੇ ਨਾਲ। ਅਸੀਂ ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਅਮਰ ਉਜਾਲਾ, ਜਿਹੜੇ ਪਹਿਲਾਂ ਵੀ ਸਾਡੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ ਔਰ ਜਿਨ੍ਹਾਂ ਦਾ ਬਹੁਤ ਸਤਿਕਾਰ ਹੈ ਪੱਤਰਕਾਰੀ ਜਗਤ ਦੇ ਵਿੱਚ, ਉਹ ਸਾਡੇ ਨਾਲ ਜੁੜੇ ਹਨ। ਹਮੀਰ ਜੀ, ਇੱਕ ਵਾਰ ਫੇਰ ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਅਤੇ ਤੁਹਾਨੂੰ ਜੀ ਆਇਆਂ ਨੂੰ। ਜੀ ਧੰਨਵਾਦ ਜੀ, ਲੰਬਾ ਸਾਹਿਬ ਧੰਨਵਾਦ। ਹਮੀਰ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ 1 ਨਵੰਬਰ ਜਿਹੜਾ ਕਿ ਹਮੇਸ਼ਾ ਹੀ ਇਤਿਹਾਸ ਦਾ ਇੱਕ ਐਸਾ ਵਰਕਾ ਹੈ, ਖਾਸ ਕਰਕੇ ਪੰਜਾਬੀਆਂ ਦਾ, ਭਾਵੇਂ ਜਿੱਦਾਂ ਵੀ ਲਈਏ, ਜਿੰਨੀਆਂ ਦਿੱਕਤਾਂ ਨਾਲ ਵੀ ਲਈਏ, ਪਰ ਕਦੀ ਇਹ ਸੋਚਿਆ ਨਹੀਂ ਜਾ ਸਕਦਾ ਕਿ ਭਾਰਤ 26 ਜਨਵਰੀ ਮਨਾਉਣੀ ਭੁੱਲ ਜਾਏ, 15 ਅਗਸਤ ਭੁੱਲ ਜਾਏ ਜਾਂ ਅਮਰੀਕਾ ਆਪਣਾ 4 ਜੁਲਾਈ ਭੁੱਲ ਜਾਏ। ਦੂਜੀਆਂ ਸਟੇਟਾਂ ਨੇ, ਭਾਵੇਂ ਆਂਧਰਾ ਹੈ, ਕੇਰਲਾ ਹੈ, ਹਰਿਆਣਾ ਹੈ, ਇਹਨਾਂ ਸਾਰਿਆਂ ਨੇ 1 ਨਵੰਬਰ ਨੂੰ ਮਨਾਇਆ, ਉਸ ਦੇ ਬਾਰੇ ਯਾਦ ਕੀਤਾ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਇਸ ਦਿਨ ਪੰਜਾਬ ਤੋਂ ਹਟ ਕੇ ਹਰਿਆਣੇ ਦੇ ਵਿੱਚ ਕਿਸੇ ਪੋਲੀਟੀਕਲ ਰੈਲੀ ਦੇ ਵਿੱਚ ਭਾਸ਼ਣ ਦੇਣ ਗਏ ਔਰ ਇਸ ਦਿਨ ਨੂੰ ਕਿਸੇ ਨੇ ਵੀ ਯਾਦ ਨਹੀਂ ਕੀਤਾ, ਨਾ ਕਿਸੇ ਨੇ ਉਹਨਾਂ ਇਹਦੀ ਖਾਤਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕੀਤਾ, ਨਾ ਹੀ ਕੋਈ ਮਤਾ ਲਿਆਂਦਾ। ਤੁਹਾਨੂੰ ਇਸ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਿਹੜੇ ਪਾਸੇ ਸਾਨੂੰ ਲਿਜਾ ਰਿਹਾ ਹੈ ਕਿ ਸਿਰਫ ਸਾਡੀ ਜਿਹੜੀ ਪੋਲੀਟਿਕਸ ਇਮੀਡੀਏਟ ਗੇਨਸ ਦਾ ਹੈਗਾ, ਜਿਹਦੇ 'ਚ ਬਿਲਕੁਲ ਦੂਰਦਰਸ਼ਿਤਾ, ਜਾਂ ਪਿੱਛੇ ਦੀ ਜਿਹੜੀ ਹੈ ਉਹ ਸਾਡੀ ਸਾਰੀ ਸਮਾਪਤ ਹੋ ਚੁੱਕੀ ਹੈ? ਤੁਸੀਂ ਇਹਨੂੰ ਕਿੱਦਾਂ ਦੇਖ ਰਹੇ ਹੋ? ਲੰਬਾ ਜੀ, ਮੈਨੂੰ ਇਹ ਲੱਗਦਾ ਕਿ ਪੂਰੀ ਸਿਆਸਤ ਹੁਣ ਜਿਹੜੀ ਇੱਕ ਦਿਸ਼ਾ ਹੁੰਦੀ ਹੈ ਜਾਂ ਪਹੁੰਚ ਕੇ ਅਸੀਂ ਲੈ ਕੇ ਕਿੱਥੇ ਜਾਣਾ, ਜੇ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਕੀ ਕਰਾਂਗੇ, ਇਹਦੇ ਤੋਂ ਦੂਰ ਹੁੰਦੀ ਜਾ ਰਹੀ ਹੈ ਲਗਾਤਾਰ ਜੀ। ਹੁਣ ਇੱਕ ਵਾਰ ਸੱਤਾ 'ਚ ਆ ਕੇ ਅਗਲੇ 5 ਸਾਲ ਲਈ ਦੁਬਾਰਾ ਸੱਤਾ 'ਚ ਆਉਣ ਦਾ ਹੀ ਇੱਕ ਮੋਟਿਵ ਜਿਹੜਾ ਤੈਅ ਕੀਤਾ ਜਾਂਦਾ ਹੈ, ਉਸੇ ਨੂੰ ਸਾਹਮਣੇ ਰੱਖ ਕੇ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਜੀ। ਜਿਵੇਂ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਬਾਅਦ ਪਹਿਲੀ ਵਾਰ ਕੁਦਰਤੀ ਤੌਰ ਤੇ 1 ਨਵੰਬਰ ਨੂੰ ਵਿਧਾਨ ਸਭਾ ਜੁੜੀ ਹੋਈ ਸੀ। ਹਾਂਜੀ ਹਾਂਜੀ। ਤੇ ਵਿਧਾਨ ਸਭਾ ਦੇ ਵਿੱਚ ਕੋਈ ਸ਼ਬਦ ਕਿਸੇ ਨੇ, ਇੱਕ ਪ੍ਰਸ਼ਨ ਕਾਲ ਦੇ ਦੌਰਾਨ ਤਾਂ ਥੋੜਾ ਜਿਹਾ ਸਵਾਲ ਆਇਆ ਪੰਜਾਬੀ ਦਾ, ਉਹ ਵੀ ਇਹ ਸੀ ਕਿਸੇ ਨੇ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੀਡੀਅਮ ਆਫ ਇੰਸਟਰਕਸ਼ਨ ਜਾਂ ਅੰਗਰੇਜ਼ੀ ਕਿਉਂ ਨਹੀਂ ਕੀਤਾ ਜਾਂਦਾ, ਇਹ ਅਸਲ 'ਚ ਗਰੀਬ ਬੱਚਿਆਂ ਨਾਲ ਕਹਿੰਦੇ ਧੱਕਾ ਹੈ ਜੀ, ਜ਼ਰੂਰ ਕਰੋ ਜੀ ਜੀ ਜੀ। ਤਾਂ ਇੱਕ ਦਿਲਚਸਪ ਜਾਣਕਾਰੀ ਇਹ ਉਹਦੇ 'ਚ ਦਿੱਤੀ ਜਥੇਦਾਰ ਤੋਤਾ ਸਿੰਘ, ਜਿਹੜੇ ਪਹਿਲਾਂ ਸਿੱਖਿਆ ਮੰਤਰੀ ਰਹੇ ਨੇ 97 ਤੋਂ ਲੈ ਕੇ 2002 ਤੱਕ ਜੀ। ਉਹ ਕਹਿੰਦੇ ਨੇ ਜੀ, ਕਿਉਂਕਿ ਸਰਦਾਰ ਲਛਮਣ ਸਿੰਘ ਗਿੱਲ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਹੁੰਦੇ ਸੀ, ਜਿਨ੍ਹਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ ਸੀ ਜੀ, ਉਹਨਾਂ ਦਾ ਪਿੰਡ ਮੋਗੇ ਦੇ ਨੇੜੇ ਹੈ ਚੂੜ ਚੱਕ, ਅਸੀਂ ਪੰਜਾਬੀ ਦੇ ਨਾਲ ਨਾਲ ਉੱਥੋਂ ਹੀ ਅੰਗਰੇਜ਼ੀ ਪਹਿਲੀ ਤੋਂ ਲਾਗੂ ਕੀਤੀ ਹੈ। ਮਤਲਬ ਜਿਹੋ ਜਿਹੇ ਸਿੰਬਲ, ਜਿਹੋ ਜਿਹੇ ਚਿੰਨ੍ਹ ਤੁਸੀਂ ਤੈਅ ਕਰਦੇ ਹੋ, ਤੇ ਉਸ ਬੰਦੇ ਨੇ ਇੱਕ ਗੱਲ ਕੀਤੀ ਤੇ ਤੁਸੀਂ ਕਾਊਂਟਰ ਵੀ ਉੱਥੇ ਜਾ ਕੇ ਕਰਦੇ ਹੋ। ਹਾਲਾਂਕਿ ਅੰਗਰੇਜ਼ੀ ਪੜ੍ਹਨਾ ਕੋਈ ਇਹ ਨਹੀਂ ਕਿ ਮਾੜੀ ਗੱਲ ਹੈ ਜਾਂ ਕੋਈ ਉਹ, ਪਰ ਸਵਾਲ ਇਹ ਹੈ ਕਿ ਤੁਸੀਂ ਇੱਕ ਲੈਂਗੁਏਜ ਜਿਹਦੇ ਆਧਾਰ ਤੇ ਐਡੀ ਵੱਡੀ ਜੱਦੋਜਹਿਦ ਲੜੀ, ਔਰ ਉਹ ਜੱਦੋਜਹਿਦ ਵੀ ਕੋਈ ਆਪਣੇ ਆਪ ਐ ਨਹੀਂ ਲੜੀ, ਕਿਉਂਕਿ ਹਿੰਦੁਸਤਾਨ ਦਾ ਇੱਕ ਫਾਰਮੂਲਾ ਸੀ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣੇ ਨੇ ਜੀ।
ਤੇ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦੀ ਗੱਲ ਆਈ ਹੈ ਤਾਂ ਉਦੋਂ ਬਾਅਦ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ ਤਾਂ ਉਦੋਂ ਇਹਨੂੰ ਪੂਰੀ ਤਰ੍ਹਾਂ ਫਿਰਕੂ ਕਮਿਊਨਲ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਂਜੀ ਇਹ ਤਾਂ ਸਿੱਖਾਂ ਦੀ ਉਹ ਭਾਸ਼ਾ ਜਿਵੇਂ ਪੰਜਾਬੀਆਂ ਦੀ ਭਾਸ਼ਾ ਨਹੀਂ ਜੀ। ਤਾਂ ਅੱਜ ਇਸੇ ਕਰਕੇ ਇਹ ਸਵਾਲ ਵਿਧਾਨ ਸਭਾ 'ਚ ਵੀ ਉੱਠਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਪੁਰਾਣੇ ਦੋਸਤ ਚੌਧਰੀ ਦੇਵੀ ਲਾਲ ਦੀ ਇੱਕ ਯਾਦ ਦੇ ਵਿੱਚ ਜਿਹੜੀ ਰੈਲੀ ਹੋ ਰਹੀ ਆ ਉੱਥੇ ਬੋਲ ਰਹੇ ਨੇ ਜਾ ਕੇ, ਔਰ ਉਹ ਪੰਜਾਬ ਦੀ ਵਿਧਾਨ ਸਭਾ 'ਚ ਵੀ ਉਸ ਦਿਨ ਨਹੀਂ ਸੀ ਕਿ ਚਲੋ ਉਹਦੇ ਤੇ ਵੈਸੇ ਹੀ ਕੋਈ ਬੋਲ ਦਿੰਦੇ 10 ਮਿੰਟ ਗੱਲਾਂ ਉਹਨਾਂ ਨੇ ਕੀ ਜੱਦੋਜਹਿਦ ਕੀਤੀ ਕਿਵੇਂ ਹੈ। ਪੰਜਾਬੀ ਹਫ਼ਤਾ ਮਨਾਇਆ ਜਾਂਦਾ, ਹਰ ਵਾਰ ਪੰਜਾਬੀ ਹਫ਼ਤਾ ਵੀ ਨਹੀਂ ਮਨਾਇਆ ਗਿਆ। ਹੁਣ ਇਹ ਲੱਗਦਾ ਕਿ ਉਹ ਸਾਰਿਆਂ ਦੀ ਅਪਰੋਚ ਇਹ ਬਣਦੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਆਪਦੇ ਆਪ ਨੂੰ ਉਹ ਜਿਹੜੀ ਨੈਸ਼ਨਲ ਸੋ ਕਾਲਡ ਮੇਨ ਸਟ੍ਰੀਮ ਦਾ ਜਿਹੜਾ ਇੱਕ ਸਿਸਟਮ ਹੈ ਉਹਦੇ ਚ ਥੋੜੀ ਬਹੁਤ ਪਹਿਚਾਣ ਅਲੱਗ ਰੱਖਣ ਦੀ ਬਜਾਏ ਵੀ ਮਰਜਰ ਟਾਈਪ ਦਾ ਇੱਕ ਕੰਮ ਕਿ ਉਹਦੇ ਚ ਪੂਰੀ ਤਰ੍ਹਾਂ ਲੀਨ ਹੋ ਕੇ ਹੀ ਅਸੀਂ ਅੱਗੇ ਸ਼ਾਇਦ ਰਾਜਨੀਤਿਕ ਸ਼ੇਅਰ ਬਣਾ ਸਕਦੇ ਹਾਂ, ਰਾਜਨੀਤਿਕ ਹਿੱਸਾ ਲੈ ਸਕਦੇ ਹਾਂ, ਜਿਹਦੇ ਚ ਇਹ ਚੀਜ਼ਾਂ ਦੂਰ ਹੁੰਦੀਆਂ ਜਾ ਰਹੀਆਂ ਨੇ। ਹਾਂ ਤੁਰੰਤ ਕਿਉਂਕਿ ਵੋਟ ਦੀ ਗੱਲ ਲੱਗ ਰਹੀ ਸੀ ਕਿ ਵੋਟ ਸ਼ਾਇਦ ਮਿਲ ਜੇ ਤਾਂ ਤੁਰੰਤ ਖੜੇ ਹੋਏ, ਪ੍ਰੀ ਸ਼ਡਿਊਲ ਨਹੀਂ ਸੀ, 1 ਨਵੰਬਰ ਵਾਲੇ ਦਿਨ ਹੀ 84 ਦੇ ਜਿਹੜੇ ਸਿੱਖ ਕਤਲੇਆਮ ਸੀ ਉਹਦੀ ਯਾਦ ਚ ਅਸੀਂ ਮਤਾ ਰੱਖਦੇ ਹਾਂ ਕਿਉਂਕਿ ਉਹਦੇ ਚ ਤੁਰੰਤ ਐ ਲੱਗਦਾ ਸੀ ਕਿ ਕਾਂਗਰਸ ਰਿਐਕਟ ਕਰੇਗੀ ਤੇ ਆਪਾਂ ਮਤਾ ਰੱਖ ਕੇ ਇਹ ਦੇਖਾਂਗੇ ਕਿ ਹਾਂ ਸਾਨੂੰ ਵੋਟ ਦਿਓ ਜੀ। ਮਤਲਬ ਭਾਵਨਾ ਨੂੰ ਕੈਸ਼ ਕਿੰਨੀਆਂ ਕੀ ਕੀਤਾ ਜਾ ਸਕਦਾ ਇਹਦੇ ਤੇ ਤਾਂ ਥੋੜੀ ਬਹੁਤ ਅੱਖ ਰਹਿੰਦੀ ਹੈ ਵੋਟ ਬੈਂਕ ਦੇ ਐਂਗਲ ਤੋਂ, ਪਰ ਜਿਹੜਾ ਇੱਕ ਮੁੱਦੇ ਦੀ ਗੱਲ ਹੈ, ਜਿਹੜੀ ਇੱਕ ਗੰਭੀਰਤਾ ਦੀ ਗੱਲ ਹੈ, ਉਹ ਕਿਤੇ ਨਾ ਕਿਤੇ ਗਾਇਬ ਹੁੰਦੀ ਜਾ ਰਹੀ ਹੈ ਲਗਾਤਾਰ। ਜੀ ਮੈਂ ਹਮੀਰ ਸਿੰਘ ਜੀ ਤੁਸੀਂ ਬੜਾ ਸੋਹਣਾ 2-3 ਨੁਕਤੇ ਦਿੱਤੇ। ਇੱਕ ਤਾਂ ਤੁਸੀਂ ਇਹ ਕਿਹਾ ਕਿ ਜਦੋਂ ਇਹ ਮੰਗ ਸ਼ੁਰੂ ਹੋਈ ਬਾਕੀ ਸੂਬਿਆਂ ਦੇ ਆਧਾਰ ਦੇ ਉੱਤੇ ਸਾਰਾ ਕੁਝ ਕਰ ਦਿੱਤਾ ਗਿਆ, ਸਭ ਦੀ ਮੰਨ ਲਈ ਗਈ, ਸਿਰਫ ਪੰਜਾਬ ਦੀ ਮੰਗ ਨੂੰ ਤੁਸੀਂ ਕਿਹਾ ਕਿ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਫਿਰਕੂ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਫਿਰਕੂ ਹੀ ਕਹਿ ਕੇ ਇਹਨੂੰ ਭੰਡਿਆ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਫ਼ ਕਿਹਾ ਕਿ ਇਹ ਸਰਹੱਦੀ ਸੂਬਾ ਹੈ, ਸਿੱਖ ਬਹੁ ਗਿਣਤੀ ਸੂਬਾ ਹੋ ਜਾਏਗਾ, ਹਿੰਦੂ ਘੱਟ ਗਿਣਤੀ ਵਿੱਚ ਹੋ ਜਾਣਗੇ ਔਰ ਇਹ ਭਾਸ਼ਾ ਹੀ ਨਹੀਂ ਹੈ, ਸਾਰਾ ਕੁਝ ਕੀਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਜਨਸੰਘ ਭਾਰਤੀ ਜਨਤਾ ਪਾਰਟੀ ਨੇ ਇਹਦਾ ਵਿਰੋਧ ਕੀਤਾ ਬੜੀ ਸਖਤੀ ਦੇ ਨਾਲ। ਅਗਰ ਕਮਿਊਨਿਸਟਾਂ ਨੇ ਇਹਦਾ ਸਾਥ ਦਿੱਤਾ, ਸੋਸ਼ਲਿਸਟਾਂ ਨੇ ਇਸ ਮੰਗ ਦੀ ਹਮਾਇਤ ਕੀਤੀ, ਕੁਦਰਤੀ ਤੌਰ ਤੇ ਕਾਂਗਰਸ ਨੇ ਤੇ ਜਨਸੰਘ ਨੇ ਵਿਰੋਧਤਾ ਕੀਤੀ। ਅੱਜ ਬੀਜੇਪੀ ਨੇ ਇਹਦੀ ਹਮਾਇਤ ਨਹੀਂ ਸੀ ਕਰਨੀ, ਕਾਂਗਰਸ ਨੇ ਨਹੀਂ ਸੀ ਕਰਨੀ ਕਿਉਂਕਿ ਉਹਨਾਂ ਦੀ ਮਰਜ਼ੀ ਦੇ ਖਿਲਾਫ ਇਹ ਹੋਇਆ। ਪਰ ਅਕਾਲੀਆਂ ਦਾ ਤਾਂ ਇੱਕ ਫਰਜ਼ ਸੀ ਕਿ ਜਿਸ ਗੱਲ ਦੇ ਉੱਤੇ ਇਹ ਸੱਤਾ ਦੇ ਵਿੱਚ ਆਏ, ਜਿਨ੍ਹਾਂ ਨੂੰ ਕੁਰਸੀ ਮਿਲੀ, ਇਹਨਾਂ ਨੇ ਉਹਨੂੰ ਵਿਸਾਰ ਦੇਣਾ ਕਿ ਇਸ ਨੂੰ ਇੱਕ ਅਕਿਰਤਕਰਤਾ ਨਹੀਂ ਕਿਹਾ ਜਾ ਸਕਦਾ। ਬਿਲਕੁਲ ਸਾਹਮਣਾ ਸਾਹਿਬ, ਇੱਕ ਬਹੁਤ ਬੜਾ ਮਾਮਲਾ ਹੈ ਇਹ, ਖਾਸ ਤੌਰ ਤੇ ਉਸ ਪਾਰਟੀ ਲਈ ਜਿਹੜੀ ਪਾਰਟੀ ਇਹ ਆਪਣੇ ਆਪ ਕਲੇਮ ਕਰਦੀ ਹੈ ਕਿ ਪੰਜਾਬ ਦੇ ਹਤੈਸ਼ੀ ਹਾਂ ਹੀ ਅਸੀਂ ਹਾਂ ਜੀ, ਤੇ ਉਹਨੇ ਸਗੋਂ ਇਹਨਾਂ ਦਿਨਾਂ ਦੇ ਵਿੱਚ ਬਾਰ-ਬਾਰ ਇਹ ਮੁੱਦਾ ਉੱਠਦਾ ਹੈ ਇਸੇ ਪੰਜਾਬੀ ਸੂਬੇ ਦੇ ਮੁੱਦੇ ਨੂੰ ਲੈ ਕੇ ਕਿ ਚੰਡੀਗੜ੍ਹ ਦਾ ਸਵਾਲ, ਪਾਣੀਆਂ ਦਾ ਸਵਾਲ, ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ, ਜਿਹੜੇ ਅਜੇ ਵਿੱਚ ਵੀ ਖੜੇ ਨੇ ਇਹ ਵੀ ਉਦੋਂ ਦੇ ਹੀ ਮਾਮਲੇ ਨੇ ਜੀ। ਔਰ ਉਸੇ ਕਰਕੇ ਹੀ ਪੰਜਾਬ ਇੱਕ ਐਡੇ ਵੱਡੇ ਦੁਖਾਂਤ ਚੋਂ ਵੀ ਗੁਜ਼ਰਿਆ ਕਿਉਂਕਿ ਪਾਣੀਆਂ ਦਾ ਜਿਹੜਾ SYL ਦਾ ਮਾਮਲਾ ਸੀ ਉਸ ਤੋਂ ਦੁਬਾਰਾ ਮੋਰਚਾ ਲੱਗਿਆ ਜਿਹੜਾ ਫਿਰ ਧਰਮ ਯੁੱਧ ਦੇ ਵਿੱਚ ਵੀ ਕਨਵਰਟ ਹੋਇਆ। ਐਡੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜੇਕਰ ਤੁਸੀਂ ਪੂਰੀ ਤਰ੍ਹਾਂ ਇਤਿਹਾਸ ਦੇ ਪੰਨੇ ਤੋਂ ਹੀ ਇਹ ਕੋਸ਼ਿਸ਼ ਕਰੋਗੇ ਕਿ ਇਹਨੂੰ ਲਾ ਦਿੱਤਾ ਜਾਏ ਜਾਂ ਇਹਨੂੰ ਛੱਡ ਕੇ ਅੱਗੇ ਤੁਰਿਆ ਜਾਏ, ਇੱਕ ਨਾਰਮਲੀ ਅਕਾਲੀ ਦਲ ਨੇ ਖਾਸ ਤੌਰ ਤੇ ਮੁੱਖ ਮੰਤਰੀ ਨੇ ਇੱਕ ਈਡੀਅਮ ਬਾਰ-ਬਾਰ ਵਰਤਦੇ ਨੇ ਕਿ ਪੁਰਾਣੇ ਤੇ ਮਿੱਟੀ ਪਾਓ ਜੀ। ਕੋਈ ਇਹ ਕਹਿੰਦਾ ਹੈ ਜਿਵੇਂ ਜਿਹੜੀ ਇੱਕ ਮੂਵਮੈਂਟ ਚੱਲੀ ਖਾਲਿਸਤਾਨੀ ਮੂਵਮੈਂਟ ਵੇਲੇ ਤੇ ਵੀ ਕਿਹਨੇ ਕਿੰਨੇ ਬੰਦੇ ਮਾਰੇ, ਕੀ ਕੀਤਾ, ਇਹਦੀ ਜਾਂਚ ਜਦੋਂ ਆਉਂਦੀ ਉਦੋਂ ਵੀ ਉਹ ਕਹਿੰਦੇ ਨੇ ਤੇ ਮਿੱਟੀ ਪਾਓ ਜੀ। ਇਹਦਾ ਮਤਲਬ ਹਰ ਚੀਜ਼ਾਂ ਤੇ ਜਿਹੜਾ ਕੀ ਇਤਿਹਾਸ ਇਸ ਤਰ੍ਹਾਂ ਚੱਲ ਸਕਦਾ ਕਿ ਉਹਦੇ ਤੇ ਮਿੱਟੀ ਪਾ ਦਿਓ ਪੁਰਾਣੇ ਤੇ ਨਵਾਂ ਫੇਰ ਸ਼ੁਰੂ ਕਰੋ। ਇਤਿਹਾਸ ਤਾਂ ਬਾਰ-ਬਾਰ ਖੋਜਿਆ ਜਾਂਦਾ ਹੈ। ਬਿਲਕੁਲ ਇਸੇ ਲਈ ਇਹ ਵੀ ਖੋਜਿਆ ਜਾਏਗਾ ਕਿ ਕਦੋਂ ਜਿਹੜੇ ਬੇਮੁਖ ਹੋ ਗਏ ਸਾਰੇ ਆਪਣੇ ਮੁੱਦਿਆਂ ਤੋਂ, ਪਾਰਟੀਆਂ, ਲੋਕ, ਲੀਡਰ ਜਿਨ੍ਹਾਂ ਦੀ ਇਹ ਜ਼ਰੂਰਤ ਸੀ ਔਰ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਗੋਂ ਉਹਨਾਂ ਦੀ ਸਥਿਤੀ ਇਹਦੇ ਨਾਲ ਮਜ਼ਬੂਤ ਹੀ ਹੁੰਦੀ, ਨਾ ਕਿ ਇਸ ਗੱਲ ਤੇ ਉਹ ਮੇਰੇ ਖਿਆਲ ਇਹ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਜਦੋਂ ਇਹ ਸਟੈਂਡ ਲੈ ਲੈਂਦੀ ਹੈ ਪਾਰਟੀ ਕਿ ਨਰਿੰਦਰ ਮੋਦੀ ਵਰਗਾ ਆਗੂ ਕੋਈ ਨਹੀਂ ਹੈ ਦੇਸ਼ ਦੇ ਵਿੱਚ, ਨੰਬਰ 1 ਆਗੂ ਹੈ, ਤਾਂ ਕਿਤੇ ਨਾ ਕਿਤੇ ਇਹ ਹੋਏਗਾ ਹੀ ਹੋਏਗਾ ਕਿ ਫਿਰ ਉਹ ਬਾਕੀ ਮੁੱਦੇ ਵੀ ਜਿਹੜੇ ਉਹਨਾਂ ਨੂੰ ਪਿੰਚ ਕਰਦੇ ਨੇ ਤਾਂ ਉਹਨੂੰ ਇਹ ਹੈ ਵੀ ਛੱਡ ਕੇ ਚੱਲਿਆ ਜਾਏ ਤਾਂ ਸ਼ਾਇਦ ਜ਼ਿਆਦਾ ਸਾਡਾ ਫਾਇਦਾ ਹੋ ਸਕਦਾ ਹੈ ਵੋਟ ਬੈਂਕ ਦੇ ਮਾਮਲੇ ਦੇ ਵਿੱਚ। ਇਸ ਲਈ ਇਹ ਬਹੁਤ ਵੱਡੀ ਅਕਿਰਤ ਘਣਤਾ ਨਜ਼ਰ ਆਉਂਦੀ ਹੈ ਕਿ ਤੁਸੀਂ ਐਡੇ ਐਡੇ ਮੁੱਦੇ ਜਿਹੜੀ ਇੱਕ ਲਗਾਤਾਰ ਇਤਿਹਾਸ ਦੀ ਜਿਹੜੀ ਕੜੀ ਹੈ ਜਾਂ ਉਹਦੀ ਲੜੀ ਹੈ ਉਹਨੂੰ ਤੋੜ ਰਹੇ ਹੋ
ਬ੍ਰੇਕ ਕਰਕੇ ਕੋਈ ਨਵੀਂ ਚੀਜ਼ ਅਲੱਗ ਕਿਸਮ ਦੀ ਕਰਨਾ ਚਾਹੁੰਦੇ ਹੋ ਜੀ। ਜਦੋਂ ਕਿਤੇ ਪ੍ਰੈਸ਼ਰ ਬਣਦਾ ਜੀ ਨੰਬਰ ਸਾਹਿਬ, ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਵੱਲੋਂ ਵੀ ਜਾਂ ਪਾਰਟੀਆਂ ਦੇ ਵਿੱਚ ਵੀ ਜਾਨ ਬਿਲਕੁਲ ਬੰਦ ਹੋ ਗਈ ਹੈ, ਕਿਉਂਕਿ ਜਿਹੜੀ ਅੰਦਰੂਨੀ ਜਮਹੂਰੀਅਤ ਹੈ, ਨਹੀਂ ਤਾਂ ਅਕਾਲੀ ਦਲ ਦੇ ਹੋਰ ਬੜੇ ਵਰਕਰ ਨੇ ਜਿਹੜੇ ਇਹਨਾਂ ਮਾਮਲਿਆਂ 'ਚ ਜੇਲ੍ਹਾਂ 'ਚ ਵੀ ਗਏ, ਉਧਰੋਂ ਵੀ ਦਬਾਅ ਆ ਸਕਦਾ ਸੀ, ਉਧਰੋਂ ਦਬਾਅ ਵੀ ਬੰਦ ਹੋ ਗਿਆ। ਬਿਲਕੁਲ ਜੇ ਉਹ ਦਬਾਅ ਵੀ ਹੁੰਦਾ ਤਾਂ ਵੀ ਇਹਨਾਂ ਨੂੰ ਕਰਨਾ ਪੈਂਦਾ। ਮੈਂ ਬਿਲਕੁਲ ਤੁਹਾਡੇ ਨਾਲ ਜਿਹੜੇ ਤੁਸੀਂ ਦੱਸ ਰਹੇ ਹੋ ਔਰ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ, ਇਸ ਦੇ ਵਿੱਚ ਇੱਕ ਪੱਖ ਹੋਰ ਵੀ ਬੜਾ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਉਸ ਵੇਲੇ ਦੇ ਹੋਮ ਮਿਨਿਸਟਰ ਸਰਦਾਰ ਵੱਲਭ ਭਾਈ ਪਟੇਲ ਨੇ ਖੁੱਲ੍ਹ ਕੇ ਧਮਕੀ ਦਿੱਤੀ ਸੀ ਅਕਾਲੀ ਦਲ ਨੂੰ ਕਿ ਤੁਸੀਂ ਇਹ ਡਿਸਾਈਡ ਕਰਨਾ ਹੈ, ਨਿਰਣਾ ਲੈਣਾ ਹੈ ਕਿ ਤੁਸੀਂ ਆਪਣੀ ਵੱਖਰੀ ਹੋਂਦ ਰੱਖਣੀ ਹੈ ਕਿ ਦੇਸ਼ ਦੇ ਵਿੱਚ ਮਰਜ ਹੋਣਾ ਹੈ। डॉक्टर सुशीला नायर ਜਿਹੜੀ हेल्थ मिनिस्टर सी, उन्हें भी कहा सी कि सिख पैदा हुए थे हिंदुओं की रक्षा के लिए, अब अपनी रक्षा के काबिल हो गए हैं, अब आपकी ज़रूरत नहीं है। सो ये सारा कुछ जो कुछ होया होर तो होर जदों ये सारी गुरु नानक देव यूनिवर्सिटी का उठिया तां भी भारतीय जनता पार्टी जनसंघ ने बादल सरकार तो अपना समर्थन वापस लै लिया कि गुरु नानक देव जी के नाँ ते यूनिवर्सिटी दे शामिल नहीं होणगे। ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਸਾਰੇ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਇੱਕ ਬੜਾ ਵੱਡਾ ਰੋਲ ਅਦਾ ਕਰ ਰਹੀ ਹੈ, ਕਿਉਂਕਿ ਉਹ ਮੰਗ ਜਿਹੜੀ ਕਾਂਗਰਸ ਜਿਹਨੂੰ ਫਿਰਕੂ ਕਹਿੰਦੀ ਸੀ ਔਰ ਇਹ ਦੋ ਫਿਰਕਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਪ੍ਰੈਸ ਦਾ ਬੜਾ ਵੱਡਾ ਰੋਲ ਸੀ, ਖਾਸ ਕਰਕੇ ਜਿਹੜਾ ਵਰਨਾਕੂਲਰ ਪ੍ਰੈਸ ਹੈ, ਇਹ ਸਾਰੇ ਦਾ ਇਹਨਾਂ ਦੇ ਕਰਕੇ ਤੇ ਨਹੀਂ ਕਿਧਰੇ ਕਿ ਅਕਾਲੀ ਦਲ ਨੇ ਹੁਣ ਚੁੱਪ ਵੱਟ ਲਈਏ ਕਿ ਅਸੀਂ ਇਹਦੀ ਕੋਈ ਗੱਲ ਨਹੀਂ ਕਰਾਂਗੇ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਹਾਜ਼ਰ ਹੁੰਦੇ ਹਾਂ, ਤੁਸੀਂ ਕਿਰਪਾ ਕਰਕੇ ਲਾਈਨ ਤੇ ਬਣੇ ਰਹਿਣਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸਤਿਕਾਰਯੋਗ ਹਮੀਰ ਸਿੰਘ ਜੀ ਜੁੜੇ ਹਨ ਔਰ ਜਿਹੜੇ ਪੰਜਾਬੀ ਸੂਬਾ ਕਿਸ ਤਰੀਕੇ ਨਾਲ ਬਣਿਆ, ਕਿਹੜੀਆਂ ਦਿੱਕਤਾਂ ਆਈਆਂ, ਕਿਵੇਂ ਬਿਲਕੁਲ ਪੱਕੇ ਤੌਰ ਦੇ ਉੱਤੇ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ, ਅਗਵਾਈ ਵਿੱਚ ਕੱਲੀ ਪਾਰਟੀ ਸੀ ਜਿਸ ਨੇ ਕੁਰਬਾਨੀਆਂ ਦੇ ਕੇ ਇਸ ਨੂੰ ਹਾਸਲ ਕੀਤਾ, ਪਰ ਅੱਜ ਉਹ ਖੁਦ ਹੀ ਇਸ ਤੋਂ ਜਿਵੇਂ ਆਪਣਾ ਪਿੱਛਾ ਛੁਡਾ ਰਹੇ ਹਨ ਤੇ ਹਮੀਰ ਸਿੰਘ ਜੀ ਇਹਦਾ ਵਿਸ਼ਲੇਸ਼ਣ ਕਰ ਰਹੇ। ਜੀ ਹਮੀਰ ਸਿੰਘ ਜੀ। ਨਮਸਕਾਰ। ਜਦੋਂ ਤੋਂ ਵੀ ਭਾਸ਼ਾ ਦੇ ਆਧਾਰ ਤੇ ਸੂਬਿਆਂ ਦੀ ਪਾਲਿਸੀ ਗਵਰਨਮੈਂਟ ਆਫ ਇੰਡੀਆ ਨੇ ਬਣਾਈ ਤਾਂ ਅਕਾਲੀ ਦਲ ਨੇ ਵੀ ਉਸੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ ਜੀ, ਪਰ ਉਹਨੂੰ ਪੂਰੀ ਤਰ੍ਹਾਂ ਹੀ ਜਿਹੜੀ ਉਸ ਸਮੇਂ ਦੀ ਸਥਾਪਤ ਨੈਸ਼ਨਲ ਲੀਡਰਸ਼ਿਪ ਸੀ, ਚਾਹੇ ਪੰਡਿਤ ਜਵਾਹਰ ਲਾਲ ਨਹਿਰੂ, ਚਾਹੇ ਵੱਲਭ ਭਾਈ ਪਟੇਲ ਜਾਂ ਜਿੰਨੇ ਵੀ ਲੀਡਰਸ਼ਿਪ ਦੇ ਵਿੱਚ ਮੇਨ ਮੈਟਰ ਕਰਨ ਵਾਲੇ ਆਦਮੀ ਸੀ, ਸਭ ਨੇ ਇਹਦਾ ਇੱਕ ਸਿਧਾਂਤਕ ਤੌਰ ਤੇ ਵਿਰੋਧ ਕੀਤਾ ਜੀ। ਇਕੱਲਾ ਉਹਨੇ ਹੀ ਵਿਰੋਧ ਨਹੀਂ ਕੀਤਾ ਤੇ ਦੂਜੇ ਪਾਸੇ ਜਿਹੜੀਆਂ ਜਿਵੇਂ RSS ਜਾਂ ਜਨਸੰਘ ਜਿਹੜੇ ਸੱਤਾ 'ਚ ਉਸ ਵੇਲੇ ਉਸ ਪੱਧਰ ਤੇ ਨਹੀਂ ਵੀ ਸੀ ਜੀ, ਉਹਨਾਂ ਨੇ ਵੀ ਲਗਾਤਾਰ ਇੱਕ ਥਾਟ ਪ੍ਰੋਸੈਸ 'ਚੋਂ ਵਿਰੋਧ ਕੀਤਾ ਕਿ ਇੱਕ ਜਿਹੜੀ ਸਿੱਖ ਮਿਨੋਰਿਟੀ ਹੈ, ਘੱਟ ਗਿਣਤੀ ਹੈ, ਜੇ ਇਹ ਮੈਜੋਰਿਟੀ ਦੇ ਵਿੱਚ ਇੱਥੇ ਕਿਸੇ ਸਟੇਟ ਦੇ ਵਿੱਚ ਆ ਗਈ ਤਾਂ ਇਹ ਸ਼ਾਇਦ ਸਾਡੇ ਲਈ ਠੀਕ ਨਾ ਰਹੇ ਜੀ। ਇਸੇ ਥਾਟ ਪ੍ਰੋਸੈਸ ਦੇ ਵਿੱਚੋਂ ਫਿਰ ਜਿਹੜੀ ਉਹਨਾਂ ਨਾਲ ਸੰਬੰਧਿਤ ਪ੍ਰੈਸ ਹੋਵੇ, ਉਹਨਾਂ ਨਾਲ ਸੰਬੰਧਿਤ ਕੋਈ ਪਾਰਟੀ ਹੋਵੇ ਜੀ, ਜਾਂ ਕੋਈ ਹੋਰ ਜਥੇਬੰਦੀਆਂ ਜਾਂ ਲੀਡਰ ਹੋਣ, ਉਹ ਸਭ ਨੇ ਇੱਕ ਇਸ ਪੂਰੇ ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜੀ। ਔਰ ਇਸੇ ਕਰਕੇ ਜਿਹੜੀਆਂ ਮਰਦਮਸ਼ੁਮਾਰੀਆਂ ਵੀ ਹੋਈਆਂ ਜੀ, ਔਰ 1951 ਦੀਆਂ ਮਰਦਮਸ਼ੁਮਾਰੀਆਂ ਅਲੱਗ ਤਰ੍ਹਾਂ ਦਿਖਾਈ ਦਿੰਦੀਆਂ ਨੇ, ਜੇਕਰ ਕੋਈ ਉਹਨੂੰ ਸਟੱਡੀ ਕਰੇ, ਤੇ ਬਾਕੀ ਦੀਆਂ ਮਰਦਮਸ਼ੁਮਾਰੀਆਂ ਅਲੱਗ ਤਰ੍ਹਾਂ ਦਿਖਾਈ ਦਿੰਦੀਆਂ ਨੇ, ਕਿਉਂਕਿ ਉਦੋਂ ਬਕਾਇਦਾ ਇੱਕ ਕੰਪੇਨ ਚੱਲੀ ਜੀ, ਜਿਹਨੂੰ ਹਿੰਦੀ ਆਉਂਦੀ ਵੀ ਨਹੀਂ ਸੀਗੀ, ਉਹ ਵੀ ਪੰਜਾਬੀ 'ਚ ਬੋਲ ਕੇ ਦੱਸਦਾ ਕਿ ਮੇਰੀ ਮਾਤ ਭਾਸ਼ਾ ਹਿੰਦੀ ਹੈ। ਤੇ ਇਸ ਕਰਕੇ ਤਾਂ ਕਿ ਜੇਕਰ ਇਹ ਸੂਬਾ ਬਣੇ ਵੀ ਤਾਂ ਇਹ ਪੰਜਾਬੀ ਸਪੀਕਿੰਗ ਵੱਡਾ ਸੂਬਾ ਨਾ ਬਣੇ, ਤਾਂ ਬਹੁਤ ਇੱਕ ਛੋਟਾ ਜਿਹਾ ਇਹੋ ਜਿਹਾ ਸੂਬਾ ਬਣ ਜਾਏ ਜਿਹੜਾ ਕੇਵਲ ਉਹਦੀ ਬੜੀ ਛੋਟੀ ਸੀਮਾ ਇਸ ਪੱਧਰ ਤੇ ਆਏ। ਇਹਦੇ 'ਚ ਉਸ ਜ਼ਮਾਨੇ ਦੀ ਪ੍ਰੈਸ ਨੇ ਵੀ ਬੜਾ ਵੱਡਾ ਰੋਲ ਪਲੇ ਕੀਤਾ, ਫਿਰਕੂ ਰੰਗਤ 'ਚ ਵੀ। ਲਾਲਾ ਜਗਤ ਰਾਏ ਜਿਹੜੇ ਸੀਗੇ, ਜਿਹਨੇ ਹਿੰਦ ਸਮਾਚਾਰ ਗਰੁੱਪ, ਉਸ ਦੇ ਪੁਰਾਣੀਆਂ ਜੇਕਰ ਲਿਖਤਾਂ ਪੜ੍ਹੀਆਂ ਜਾਣ, ਦੇਖੀਆਂ ਜਾਣ, ਤਾਂ ਪੂਰੀ ਤਰ੍ਹਾਂ ਪੰਜਾਬੀ ਸੂਬੇ ਦੇ ਅਗੇਂਸਟ ਇੱਕ ਧਾਰਾ ਜਿਹੜੀ ਹੈ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਲਗਾਤਾਰ ਜੀ। ਤੇ ਇਹ ਇੱਕ ਮਾਹੌਲ ਜਦੋਂ ਫਿਰ ਇਹੋ ਜਿਹਾ ਬਣਿਆ ਤੇ ਜਿਹੜਾ ਰਿਜ਼ਲਟ ਵੀ ਆਇਆ, ਇਸੇ ਕਰਕੇ ਉਹ ਰਿਜ਼ਲਟ ਆਇਆ ਕਿ ਇਹਨੂੰ ਬੜਾ ਹੀ ਲੂਲਾ ਸੂਬਾ ਬਣਾਇਆ ਗਿਆ। ਚਾਹੇ ਉਹ ਨੰਗਲ ਡੈਮ ਦਾ ਸਵਾਲ ਹੋਵੇ ਜਿਹੜਾ ਡਿਵੈਲਪਮੈਂਟ ਦੇ ਲਈ ਬੜਾ ਜ਼ਰੂਰੀ ਸੀ ਪੰਜਾਬ ਦੇ, ਚਾਹੇ ਉਹ ਚੰਡੀਗੜ੍ਹ ਦਾ ਸਵਾਲ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਹੋਵੇ, ਔਰ ਇਸੇ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਪਾਣੀਆਂ ਦਾ ਸਵਾਲ ਹੋਵੇ, ਉਹ
ਗਵਰਨਮੈਂਟ ਇੰਡੀਆ ਨੇ ਆਪਣੇ ਕੋਲ ਰੱਖ ਲਏ ਔਰ ਇਸੇ ਕਰਕੇ ਉਹਦਾ ਰਿਜ਼ਲਟ ਲਗਾਤਾਰ ਜੀ ਜਿੰਨੇ ਵੀ ਫੈਸਲੇ ਉਹਦੇ ਤੇ ਹੋਏ ਪੰਜਾਬ ਦੇ ਵਿੱਚ ਫਿਰ ਕਦੇ ਮੋਰਚਾ ਲੱਗਿਆ, ਐਜੀਟੇਸ਼ਨਾਂ ਹੋਈਆਂ ਜੀ ਔਰ ਲਗਾਤਾਰ ਐਜੀਟੇਸ਼ਨਾਂ ਦਾ ਹੀ ਅਖਾੜਾ ਬਣਿਆ ਰਿਹਾ ਪੰਜਾਬ ਇਹਨਾਂ ਗੱਲਾਂ ਨੂੰ ਹੀ ਲੈ ਕੇ ਜਿਹੜੇ ਵੱਖ-ਵੱਖ ਮਾਮਲੇ ਸੀ। ਔਰ ਕਦੇ ਅਕਾਲੀ ਦਲ ਵੱਲੋਂ ਸੰਤ ਫਤਿਹ ਸਿੰਘ ਪ੍ਰਧਾਨ ਸੀਗੇ ਉਦੋਂ ਉਹਨਾਂ ਨੇ ਮਰਨ ਵਰਤ ਰੱਖੇ ਔਰ ਹਾਲਾਂਕਿ ਉਹਦੇ ਚ ਵੀ ਉੱਠ ਗਏ ਕਿਵੇਂ ਕੀ ਹੋਇਆ ਉਹ ਸਾਰਾ ਲੋਕਾਂ ਨੂੰ ਜਾਣਕਾਰੀ ਹੈ ਕਿ ਕਿਉਂ ਉਹ ਸਿਰੇ ਨਹੀਂ ਲਾ ਸਕੇ ਜੀ। ਸਰਦਾਰ ਦਰਸ਼ਨ ਸਿੰਘ ਪੇਰੂਮਾਨ ਦੀ ਬਲੀ 74 ਦਿਨ ਦੇ ਇੱਕ ਵਰਤ ਤੋਂ ਬਾਅਦ ਬਹੁਤ ਵੱਡੀ ਕੁਰਬਾਨੀ ਦੇ ਗਏ ਇਸ ਮਾਮਲੇ ਦੇ ਉੱਤੇ ਜੀ। ਔਰ ਇਸ ਕਰਕੇ ਇਹ ਇੰਨੀਆਂ ਕੁਰਬਾਨੀਆਂ ਲਗਾਤਾਰ ਹੁੰਦੀਆਂ ਰਹੀਆਂ ਔਰ ਦਿਲਚਸਪ ਗੱਲ ਇਹ ਹੈ ਕਿ ਗੁਆਂਢੀ ਸੂਬਾ ਹਰਿਆਣਾ ਜੀ ਔਰ ਹਰਿਆਣੇ ਦੇ ਵਿੱਚ ਤੁਸੀਂ ਤੇਲਗੂ ਨੂੰ ਸੈਕੰਡ ਲੈਂਗੁਏਜ ਦੇ ਤੌਰ ਤੇ ਹੁਣ ਤੱਕ ਮਾਨਤਾ ਦੇ ਹੀ ਰੱਖੀ ਹੈ। ਇਸੇ ਕਰਕੇ ਇਸ ਅਪਰੋਚ ਦੇ ਵਿੱਚੋਂ ਜਦ ਕਿ ਪੰਜਾਬੀ ਦੂਜੇ ਨੰਬਰ ਦੇ ਗਿਣਤੀ ਦੇ ਤੌਰ ਤੇ ਵੀ ਉੱਥੇ ਸ਼ਾਮਲ ਨੇ, ਉਹ ਵੀ ਹੁਣ ਕਿਉਂਕਿ ਵੋਟਾਂ ਦਾ ਸਿਸਟਮ ਐਸਾ ਬਣ ਗਿਆ, ਇੱਕ ਬੈਲੈਂਸ ਬਣ ਗਿਆ ਤਾਂ ਜਾ ਕੇ ਪੰਜਾਬੀ ਦੂਜੀ ਭਾਸ਼ਾ ਹਰਿਆਣਾ ਦੇ ਵਿੱਚ ਹੁਣ ਜਾ ਕੇ ਕੀਤੀ ਹੈ। ਤੇ ਇਹ ਇੱਕ ਮਾਨਸਿਕਤਾ ਨੂੰ ਦਰਸਾਉਂਦੀਆਂ ਨੇ ਇਹ ਚੀਜ਼ਾਂ ਕਿ ਜਿਹੜੇ ਇਰਦ ਗਿਰਦ ਸਾਰੇ ਲੋਕ ਸੱਤਾ ਦੇ ਵਿੱਚ ਸੀਗੇ ਉਹਨਾਂ ਨੇ ਕਿਵੇਂ ਪੰਜਾਬੀ ਸੂਬੇ ਦੇ ਖਿਲਾਫ ਕੰਮ ਕੀਤਾ। ਤੇ ਔਰ ਅੱਜ ਸਭ ਤੋਂ ਜਿਹੜੀ ਬੁਰੀ ਗੱਲ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਕਦੇ ਲਗਾਤਾਰ ਨਹੀਂ ਸੀ ਰਹੀ ਕਿਉਂਕਿ ਕਿਹਾ ਜਾਂਦਾ ਸੀ ਕਿ ਤੋੜ ਦਿੱਤੀ ਜਾਂਦੀ ਹੈ ਕੇਂਦਰ ਦੀ ਸਰਕਾਰ ਵੱਲੋਂ। ਪਰ 1997 ਤੋਂ ਲੈ ਕੇ ਜਿਹੜੀ ਹੁਣ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇ 5ਵੀਂ ਵਾਰ 3 ਸਰਕਾਰ ਲਗਭਗ ਪੂਰੀ ਟਨਿਓਰ ਦੀਆਂ ਹੋ ਗਈਆਂ। ਜਿਵੇਂ ਜਿਵੇਂ ਇੱਥੇ ਪੂਰੀ ਟਨਿਓਰ ਵਾਲੀਆਂ ਜਾਂ ਸਥਾਪਿਤ ਸਰਕਾਰਾਂ ਆਉਂਦੀਆਂ ਜਾ ਰਹੀਆਂ ਨੇ ਉਵੇਂ ਇਹ ਮੁੱਦੇ ਜਿਹੜੇ ਨੇ ਪੰਜਾਬੀ ਸੂਬੇ ਦਾ ਹੋਵੇ ਪੰਜਾਬ ਨਾਲ ਰਿਲੇਟਡ ਉਹ ਖੋਂਦੇ ਜਾ ਰਹੇ ਨੇ, ਬਿਲਕੁਲ ਗਵਾ ਦਿੱਤੇ ਗਏ, ਇਹਨੂੰ ਡਿਲੂਟ ਕਰਦੇ ਜਾ ਰਹੇ ਨੇ। ਜਾਂ ਤਾਂ ਉਹਨਾਂ ਨੇ ਮੰਨ ਲਿਆ ਕਿ ਮੇਰੀ ਸਰਕਾਰ ਪੂਰੀ ਤਰ੍ਹਾਂ ਚੱਲਣ ਦਾ ਮਤਲਬ ਹੈ ਬੀਜੇਪੀ ਨਾਲ ਦੋਸਤੀ, ਬਿਲਕੁਲ ਬੀਜੇਪੀ ਨਾਲ ਦੋਸਤੀ ਦਾ ਮਤਲਬ ਹੈ ਮੇਰੇ ਸਾਰੇ ਮੁੱਦੇ ਛੱਡ ਦਿੱਤੇ ਜਾਣ ਤੇ ਬਸ ਉਹ ਜਿਵੇਂ ਚਾਹੁੰਦੇ ਨੇ ਰਲ ਮਿਲ ਕੇ ਇਸ ਲੈਵਲ ਤੇ ਕੰਮ ਚਲਾ ਲਿਆ ਜਾਵੇ। ਔਰ ਇਸੇ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਅੱਜ ਕੱਲ੍ਹ ਯਾਦਗਾਰਾਂ ਵੀ ਜਿੰਨੀਆਂ ਬਾਦਲ ਸਾਹਿਬ ਬਣਾ ਰਹੇ ਨੇ ਵੱਖ-ਵੱਖ ਟਾਈਪ ਦੀਆਂ ਯਾਦਗਾਰਾਂ ਦਾ ਸੈਟਅਪ ਹੈ ਤੇ ਉਹਦੇ ਚ ਰਾਮ ਤੀਰਥ ਵੀ ਉੱਥੇ ਚਲਾ ਜਾਂਦਾ, ਅਲੱਗ-ਅਲੱਗ ਕਮਿਊਨਿਟੀ ਸੈਟਅਪ ਬਣ ਗਿਆ। ਮਤਲਬ ਸਿੱਖ ਦਰਸ਼ਨ ਦੇ ਤੌਰ ਤੇ ਜਿੱਥੇ ਜਾਤ ਨੂੰ ਜਿੱਥੇ ਅਲੱਗ-ਅਲੱਗ ਬਖਰੇਵਿਆਂ ਨੂੰ ਨਹੀਂ ਮੰਨਿਆ ਜਾਂਦਾ ਪਰ ਹੁਣ ਉਸ ਆਧਾਰ ਤੇ ਵੱਖ-ਵੱਖ ਯਾਦਗਾਰਾਂ ਬਣਾ ਕੇ ਇੱਕ ਕੁਨਬਾ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਮੌਜੂਦਾ ਅਕਾਲੀ ਦਲ ਇਸ ਡਾਇਰੈਕਸ਼ਨ 'ਚ ਜਾ ਰਿਹਾ ਨਾ ਕਿ ਉਸ ਸਿਧਾਂਤ ਤੇ ਪਹਿਰਾ ਦੇਣ ਵਾਲਾ ਅਕਾਲੀ ਦਲ ਦੇ ਤੌਰ ਤੇ। ਹਮੀਰ ਜੀ ਮੈਂ ਸਮਾਂ ਬਹੁਤ ਤੁਹਾਡਾ ਲਿਆ, ਅਖੀਰ ਦੇ ਵਿੱਚ ਸਿਰਫ ਇੰਨੀ ਗੱਲ ਕਿ ਜਦੋਂ ਇਹ ਸਾਰੀ ਜਦੋਜਹਿਦ ਚੱਲ ਰਹੀ ਸੀ ਉਸ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਮਾਈ ਟਰੁੱਥ ਵਿੱਚ ਲਿਖਿਆ ਕਿ ਮੇਰੀ ਪਾਰਟੀ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਸੀ, ਪੰਜਾਬ ਦੇ ਹਿੰਦੂ ਅਗੇਂਸਟ ਸੀ, ਕਾਂਗਰਸ ਅਗੇਂਸਟ ਸੀ। ਮੈਂ ਮਜਬੂਰੀ 'ਚ ਮੰਨੀ ਇਹ ਮੰਗ ਮੰਨੀ ਕਿਉਂਕਿ ਇਹਦੇ ਨਾਲ ਮਾਸ ਵਾਇਲੈਂਸ ਦਾ ਖਤਰਾ ਸੀ। ਪਰ ਜਦੋਂ ਬਣਾਇਆ ਤੁਸੀਂ ਜਿਵੇਂ ਕਿ ਲੰਗੜਾ ਲੂਲਾ ਬਣਾ ਕੇ 51 ਸਾਂਝੀਆਂ ਕੜੀਆਂ ਰੱਖ ਦਿੱਤੀਆਂ, ਸਾਰੇ ਜਿੰਨੇ ਵੀ ਦਿੱਕਤਾਂ ਹੈ ਉਹ ਸਾਰੀਆਂ ਹੁਣ ਸਾਹਮਣੇ ਪੇਸ਼ ਆਉਂਦੀਆਂ। ਇਹ ਸਿਰਫ ਉਸ ਵਜ੍ਹਾ ਕਰਕੇ ਤੋਂ ਜਿਹੜੀ ਫਿਰਕੂ ਸ਼ੁਰੂਆਤ ਹੋਈ ਇਹਦਾ ਮਤਲਬ ਹੈਗਾ ਕਿ ਉਹ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਵੇਲੇ ਪੰਜਾਬ ਦੀ ਪੰਜਾਬੀ ਜ਼ਬਾਨ ਦੀ ਸਿੱਖਾਂ ਦੀ ਵਿਰੋਧਤਾ ਕੀਤੀ ਗਈ ਬਿਲਕੁਲ ਉਸੇ ਚੀਜ਼ ਨੂੰ ਹੁਣ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਲਈ ਪਰਪੈਚੁਏਟ ਕਰਤਾ ਗਿਆ। ਕੀ ਅਸੀਂ ਇੱਕ ਲਫ਼ਜ਼ ਇਹ ਗੱਲ ਕਹਿ ਸਕਦੇ ਹਾਂ? ਬਿਲਕੁਲ ਜੀ, ਪੂਰੀ ਤਰ੍ਹਾਂ ਇਹ ਸੋਚ 1947 ਤੋਂ ਬਾਅਦ ਨਹੀਂ ਪਹਿਲਾਂ ਹੀ ਹੈ, ਬਲਕਿ ਉਰਦੂ ਨੂੰ ਢੱਕ ਦਿਓ, ਇੱਕ ਮਿਨੋਰਿਟੀ ਦੀ ਜ਼ਬਾਨ ਨੂੰ ਉਰਦੂ ਬਣਾ ਕੇ ਮੁਸਲਿਮ ਨੂੰ ਬਣਾ ਕੇ ਉਹਨੂੰ ਢੱਕ ਦਿਓ, ਜਦ ਕਿ ਵੱਡਾ ਪੰਜਾਬੀ ਹਿੱਸਾ ਉਧਰ ਪਾਕਿਸਤਾਨ ਦੇ ਵਿੱਚ ਚਲਾ ਗਿਆ। ਉਸੇ ਅਪਰੋਚ ਦਾ ਸਵਾਲ ਹੈ, ਕੇਵਲ ਇੱਕ ਲਾਈਨ ਦੇ ਵਿੱਚ ਨਹੀਂ ਇਹਨੂੰ ਕਿਹਾ ਜਾ ਸਕਦਾ ਕਿ ਜੀ ਇਹ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਸੀ। ਇਹਦਾ ਮਤਲਬ ਸਾਡੇ ਜਿਹੜੀ ਅਪਰੋਚ ਸੀ ਆਪਣੀ ਉਸ ਸਮੇਂ ਦੇ ਅਗਵਾਈ ਕਰਦੇ ਲੋਕਾਂ ਦੀ, ਉਹਨਾਂ ਨੂੰ ਵੀ ਉਹਦੇ ਤੇ ਦੁਬਾਰਾ ਝਾਤ ਮਾਰਨ ਦੀ, ਪੂਰੀ ਹਿਸਟਰੀ ਨੂੰ ਦੁਬਾਰਾ ਘੋਖਣ ਦੀ ਜ਼ਰੂਰਤ ਪਏਗੀ। ਔਰ ਅੱਜ ਪੰਜਾਬ ਦੇ ਵਿੱਚ ਉਸੇ ਸੋਚ ਨੂੰ ਅਸੀਂ ਇੰਪਲੀਮੈਂਟ ਕਰਤਾ ਪੂਰੀ ਤਰ੍ਹਾਂ। ਔਰ ਦੁਖਦਾਈ ਗੱਲ ਇਹ ਹੈ ਕਿ ਉਹ ਲੋਕ ਵੀ ਸਰੈਂਡਰ ਜਿਵੇਂ ਕਰ ਗਏ ਹੁੰਦੇ ਨੇ ਵੀ ਚਲ ਠੀਕ ਹੈ ਤੁਹਾਡੇ ਵਾਲੀ ਉਹ ਮੰਨ ਲੈਂਦੇ ਆ, ਇਸੇ ਤਰੀਕੇ ਨਾਲ ਚੱਲਦੇ ਆ। ਜਿਹੜਾ ਬਖਰੇਵਾ ਸੋਚਦਾ ਹੈ ਉਹ ਬਖਰੇਵੇਂ ਨੂੰ ਖੜਾ ਰਹਿਣ ਲਈ ਵੀ ਬੜੀ ਜ਼ਰੂਰਤ ਹੈ ਕਿ ਤੁਸੀਂ ਆਪਣੀ ਪੁਰਾਣੀ ਗੱਲ ਹੈ ਏਡੀ ਵੱਡੀ ਜਦੋਜਹਿਦ ਨੂੰ ਛੱਡਣ ਦੀ ਬਜਾਏ ਘੱਟੋ ਘੱਟ ਸਿਧਾਂਤਕ ਪੱਧਰ ਤੇ ਬਾਕੀ ਚੀਜ਼ਾਂ ਤੇ ਲੋਕਾਂ ਨੂੰ ਦਿਖਾਓ ਤਾਂ ਸਹੀ ਕਿ ਸਾਡੀ ਗੱਲ ਬਾਜੋ ਕਿਵੇਂ। ਬਿਲਕੁਲ, ਘੱਟੋ ਘੱਟ ਦੱਸਣ ਲਈ ਵੀ ਉਸ ਦਿਨ ਨੂੰ ਜ਼ਰੂਰ ਇਗਨੋਰ ਨਹੀਂ ਸੀ ਕੀਤਾ ਜਾਣਾ ਚਾਹੀਦਾ, ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਲਛਮਣ ਸਿੰਘ ਗਿੱਲ ਨੇ ਪੰਜਾਬੀ ਸੂਬੇ ਦੇ ਜਿਹੜੇ ਕੁਰਬਾਨੀ ਕੀਤੀ ਉਹਨਾਂ ਨੂੰ ਪੋਲੀਟੀਕਲ ਸਫਰਰ ਕਰਾਰ ਦਿੱਤਾ। ਕਾਂਗਰਸ ਸਪੋਰਟਡ ਹੋ ਕੇ ਲਛਮਣ ਸਿੰਘ ਗਿੱਲ ਨੇ ਵੀ ਪੰਜਾਬ ਵਿੱਚ ਰਾਜ ਭਾਸ਼ਾ ਲਾਗੂ ਕੀਤੀ ਪਰ ਅਸੀਂ ਨਹੀਂ ਕਰ ਸਕੇ।
ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਮਾਂ ਦੇਣ ਲਈ ਔਰ ਇਹ ਮਹੱਤਵਪੂਰਨ ਜਾਣਕਾਰੀ ਦੇਣ ਲਈ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ ਕਿਉਂਕਿ ਮੁੱਦਾ ਬਹੁਤ ਮਹੱਤਵਪੂਰਨ ਸੀ ਔਰ ਇਸ ਅਹਿਮ ਮੁੱਦੇ ਤੇ ਜਿਹੜੀ ਜਾਣਕਾਰੀ ਅਸੀਂ ਲਈ ਹਮੀਰ ਸਿੰਘ ਜੀ ਕੋਲੋਂ। ਵਕਫੇ ਦੇ ਬਾਅਦ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 516 825 0006 ਦੇ ਉੱਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਪੰਜਾਬੀ ਸੂਬਾ ਦਿਵਸ, ਜਿਹੜਾ ਕਿ ਮਹਾਨ ਕੁਰਬਾਨੀਆਂ ਦੇ ਕੇ ਪੰਥ ਨੇ ਲਿਆ ਔਰ ਉਸ ਜਦੋ ਜਹਿਦ ਦੇ ਵਿੱਚ ਇਤਨਾ ਕੁਝ ਹੋ ਕੇ ਜਦੋਂ ਹਾਸਲ ਕੀਤਾ, ਅੱਜ ਜਿਵੇਂ ਕਿਸੇ ਵੀ ਧਿਰ ਨੇ, ਪੰਥਕ ਧਿਰਾਂ ਜਾਂ ਦੂਜੀਆਂ ਧਿਰਾਂ ਨੇ, ਉਸ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ, ਉਸ ਨੂੰ ਬਲੈਕ ਆਊਟ ਕਰ ਦਿੱਤਾ, ਜਿਵੇਂ ਇਹ ਕੋਈ ਘਟਨਾ ਹੀ ਨਾ ਵਾਪਰੀ ਹੋਏ। ਇਤਿਹਾਸ ਦੇ ਉਸ ਵਰਕੇ ਦੇ ਉੱਤੇ ਪੂਰੀ ਤਰ੍ਹਾਂ ਜਦੋਂ ਇੱਕ ਪਰਦਾ ਪਾ ਦਿੱਤਾ ਗਿਆ ਤਾਂ ਇਹ ਵੀ ਕੋਈ ਹੈਰਾਨੀ ਨਹੀਂ ਕਿ ਉਸ ਵੇਲੇ ਵੀ ਜਦੋਂ ਕੌਮ ਸਾਰੀ ਜਦੋਜਹਿਦ ਕਰ ਰਹੀ ਸੀ, 12 ਜੂਨ 1960 ਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿਰਫ ਸਿੱਖ ਹੋਣ ਦੀ ਵਜ੍ਹਾ ਕਰਕੇ ਜਦੋਂ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ, ਉਸ ਵੇਲੇ ਵੀ ਸਿੱਖ ਲੀਡਰਸ਼ਿਪ ਦੇ ਵਿੱਚੋਂ ਐਸੇ ਬਿਆਨ ਆਏ ਜਿਨ੍ਹਾਂ ਨੂੰ ਅੱਜ ਅਗਰ ਪਿੱਛੇ ਮੁੜ ਕੇ ਦੇਖਿਆ ਜਾਏ ਤਾਂ ਜਿਵੇਂ ਅੱਜ ਹੋ ਰਿਹਾ ਹੈ, ਆਉਣ ਵਾਲਾ ਇਤਿਹਾਸ ਉਹਨਾਂ ਨੂੰ ਜ਼ਰੂਰ ਰਿਕਾਰਡ ਕਰੇਗਾ। ਸਰਦਾਰ ਹੁਕਮ ਸਿੰਘ ਜਿਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਕੀਤੀ ਸੀ ਔਰ ਉਹਨਾਂ ਨੇ ਸਾਰਾ ਕੇਸ ਇਸ ਦੇ ਲਈ ਤਿਆਰ ਕੀਤਾ, ਪਲੀਡ ਕੀਤਾ ਔਰ ਬਾਖੂਬੀ ਉਹਨਾਂ ਨੇ ਇਸ ਗੱਲ ਨੂੰ ਅੱਗੇ ਵਧਾਇਆ, ਪਰ ਅਖੀਰ ਦੇ ਵਿੱਚ ਉਹਨਾਂ ਨੂੰ ਡਿਪਟੀ ਸਪੀਕਰਸ਼ਿਪ ਦਾ ਅਹੁਦਾ ਜਦੋਂ ਦਿੱਤਾ ਗਿਆ, ਆਫਰ ਕੀਤਾ ਗਿਆ, ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ, ਖੜੇ ਹੋ ਕੇ ਕਿਹਾ ਕਿ ਪੰਜਾਬੀ ਸੂਬੇ ਦੀ ਮੰਗ ਦਾ ਜਨਮਦਾਤਾ ਮੈਂ ਸੀ, ਇਹ ਮੰਗ ਮੈਂ ਸ਼ੁਰੂ ਕੀਤੀ ਸੀ ਔਰ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਅਗਰ ਇਸ ਗਲਤੀ ਦੀ ਸਜ਼ਾ ਮੌਤ ਹੈ ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ। ਮੈਨੂੰ ਇਸ ਵੇਲੇ ਪੰਜਾਬੀ ਸੂਬੇ ਨਾਲੋਂ ਹਿੰਦੂ ਸਿੱਖ ਏਕਤਾ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੁੰਦੀ ਹੈ। ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਮੇਰਾ ਕਪੂਰਥਲੇ ਵਾਲਾ ਮਕਾਨ ਦੇਖਿਆ, ਉਹਦੇ ਵਿੱਚ ਪਏ ਹੋਏ ਹੁੱਕੇ ਦੇਖ ਕੇ ਹੈਰਾਨ ਹੋ ਗਏ। ਮੇਰੇ ਭਰਾ ਦਾ ਨਾਂ ਮੱਗਰ ਰਾਮ ਹੈ। ਮੈਨੂੰ ਪਤਾ ਲੱਗਾ ਸਿੱਖਾਂ ਨੂੰ ਹਿੰਦੂ ਲਾਅ ਦੇ ਅਧੀਨ ਟਰੀਟ ਕੀਤਾ ਜਾਂਦਾ ਹੈ। ਅਗਰ ਐਡੀ ਵੱਡੀ ਕੌਮ ਸਾਨੂੰ ਆਪਣਾ ਅੰਗ ਸਮਝਦੀ ਹੈ ਤਾਂ ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ। ਡਾਕਟਰ ਭਾਈ ਜੋਤ ਸਿੰਘ ਜੀ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬੀ ਦੇਵਨਾਗਰੀ ਜਾਂ ਹਿੰਦੀ ਦੇ ਵਿੱਚ ਲਿਖੀ ਜਾ ਸਕਦੀ ਹੈ। ਇਸ ਦਾ ਜਵਾਬ ਬਲਰਾਜ ਸਾਹਨੀ ਨੇ ਦਿੱਤਾ ਕਿ ਡਾਕਟਰ ਜੋਤ ਸਿੰਘ ਬਹੁਤ ਸਿਆਣੇ ਹਨ, ਇਹਨਾਂ ਦੀ ਰਾਏ ਬੜੀ ਚੰਗੀ ਹੈ, ਪੰਜਾਬੀ ਨੂੰ ਹਿੰਦੀ ਵਿੱਚ ਲਿਖ ਲਓ, ਹਿੰਦੀ ਨੂੰ ਉਰਦੂ 'ਚ ਲਿਖ ਲਓ, ਉਰਦੂ ਨੂੰ ਬੰਗਲਾ 'ਚ ਲਿਖ ਲਓ, ਬੰਗਲਾ ਨੂੰ ਤਾਮਿਲ 'ਚ ਲਿਖ ਲਓ, ਇਹਦੇ ਨਾਲ ਦੇਸ਼ ਦੀ ਏਕਤਾ ਬਹੁਤ ਵੱਧ ਜਾਏਗੀ। ਜਦੋਂ ਸਰਕਾਰ ਨੇ ਕਮਿਸ਼ਨ ਬਣਾਇਆ, ਡਾਕਟਰ ਗੋਪਾਲ ਸਿੰਘ ਦਰਦੀ ਨੇ ਉਸ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਕਿ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ। ਇਸ ਸਾਰੇ ਵਰਤਾਰੇ ਦੇ ਬਾਰੇ ਤਾਰਾ ਸਿੰਘ ਕਾਮਲ ਨੇ ਇੱਕ ਲਾਈਨ ਦੇ ਵਿੱਚ ਇਸ ਨੂੰ ਸਮ ਅਪ ਕੀਤਾ, ਇਸ ਸਦੀ ਦਾ ਸਭ ਤੋਂ ਵੱਡਾ ਝੂਠਾ ਤੂੰ, ਜਿਸ ਨੇ ਮਾਂ ਨੂੰ, ਮਾਂ ਬੋਲੀ ਨੂੰ, ਮਾਂ ਨੂੰ ਮਾਂ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਦੂਸਰੇ ਪਾਸੇ ਤੱਤੀ ਰੱਤ ਵਾਲਿਆਂ ਇਹ ਨਾ ਸੋਚਿਆ ਕਿ ਚੱਲ ਝੂਠਾ ਹੀ ਸਹੀ ਹੈ ਤਾਂ ਉਸੇ ਮਾਂ ਦਾ ਜਾਇਆ। ਇਤਿਹਾਸ ਨੂੰ ਯਾਦ ਕਰਨਾ ਇਹ ਇਨਸਾਨੀ ਫਰਜ਼ ਹੈ। ਉਹ ਕੌਮਾਂ ਜਿਨ੍ਹਾਂ ਦਾ ਇਤਿਹਾਸ ਇਤਨਾ ਕੁਰਬਾਨੀਆਂ ਭਰਿਆ, ਅਸੀਂ ਅਰਦਾਸ ਵਿੱਚ ਉਸ ਨੂੰ ਯਾਦ ਕਰਦੇ ਹਾਂ, ਪਰ 1947 ਤੋਂ ਲੈ ਕੇ 1966 ਦਾ ਇਤਿਹਾਸ ਨਾ ਕੇਵਲ ਮਹੱਤਵਪੂਰਨ ਹੈ ਬਲਕਿ ਅੱਜ ਦੇ ਇਤਿਹਾਸ ਦੀਆਂ ਸਾਰੀਆਂ ਬਰੂਹਾਂ, ਉਸ ਦੇ ਸਾਰੀਆਂ ਤੰਦਾਂ, ਉਹ ਸਾਰਾ ਕੁਝ ਉਸ ਦੇ ਵਿੱਚ ਸਮੇਟਿਆ ਹੋਇਆ। ਜੇਕਰ ਅਸੀਂ ਅੱਜ ਸਮਝਣਾ, ਆਉਣ ਵਾਲੇ ਸਮੇਂ ਨੂੰ ਸਮਝਣਾ, ਉਸ ਇਤਿਹਾਸ ਨੂੰ ਪਕੜਨਾ ਪਏਗਾ, ਸਮਝਣਾ ਪਏਗਾ। ਇਸੇ ਚੀਜ਼ ਦੇ ਫਰਜ਼ ਨੂੰ ਪੂਰਾ ਕਰਦਿਆਂ
ਤੁਹਾਨੂੰ ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕਰਕੇ ਆਪਣਾ ਫਰਜ਼ ਪੂਰਾ ਕਰ ਰਹੇ ਹਾਂ। ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਭੇਜ ਸਕਦੇ ਹੋ lamba@getpunjabi.tv ਦੇ ਉੱਤੇ। ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਪਰ ਜਿਵੇਂ ਦੱਸਿਆ ਕੱਲ ਅਸੀਂ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਜੋ ਅਸੀਂ ਕੱਲ ਬਾਰੇ ਗੱਲ ਕਰ ਰਹੇ ਸੀਗੇ ਉਸੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਏ ਔਰ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਗੁਰਤਾ ਗੱਦੀ ਪ੍ਰਦਾਨ ਕੀਤੀ ਗਈ, ਇਹਦੇ ਬਾਰੇ ਕੱਲ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।